प्यारे दर्शकों, ਤੁਹਾਨੂੰ ਸਾਰਿਆਂ ਨੂੰ ਸਾਡੀ ਪਿਆਰ ਭਰੀ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਤੋਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਭਲੇ ਚੰਗੇ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਨੂੰ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋ ਸਕੀਏ। ਦੋਸਤੋ, ਪਿਛਲੇ ਕਈ ਦਿਨਾਂ ਤੋਂ ਅਸੀਂ ਦਾਨੀਏਲ ਨਬੀ ਦੀ ਪੁਸਤਕ ਦਾ ਅਧਿਐਨ ਕਰਦੇ ਆ ਰਹੇ ਹਾਂ। ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 9 ਅਧਿਆਇ ਦੇ ਵਚਨਾਂ ਉੱਤੇ ਮਨਨ ਕਰ ਰਹੇ ਸੀ। ਅਸੀਂ ਦਾਨੀਏਲ ਨਬੀ ਦੀ ਭਵਿੱਖਬਾਣੀ ਨੂੰ ਜਾਣਿਆ, ਅਸੀਂ ਹਫ਼ਤੇ ਦੇ ਅਰਥ ਨੂੰ ਸਮਝਿਆ। ਇਸ ਦੇ ਵਿੱਚ ਅਸੀਂ ਯਹੂਦੀਆਂ ਦੇ ਕੈਲੰਡਰ ਬਾਰੇ ਅਤੇ ਦਾਨੀਏਲ ਦੀ ਸੋਚ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਤੋਂ ਬਾਅਦ ਅਸੀਂ ਸਾਲਾਂ ਦੇ ਬਾਰੇ ਦਾਨੀਏਲ ਨਬੀ ਦੀ ਭਵਿੱਖਬਾਣੀ ਦੇ ਵਿਸ਼ੇ ਨੂੰ ਜਾਣਿਆ। ਦੋਸਤੋ, ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਇਸ ਦਾ ਆਤਮਿਕ ਲਾਭ ਵੀ ਪ੍ਰਾਪਤ ਕੀਤਾ ਹੋਵੇਗਾ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਦਾਨੀਏਲ ਦੇ 70 ਸਾਤਿਆਂ ਬਾਰੇ ਹੋਰ ਡੂੰਘਾਈ ਦੇ ਵਿੱਚ ਗੌਰ ਕਰਾਂਗੇ। ਸਾਡੇ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਸ ਪ੍ਰਕਾਰ ਹੋਏਗੀ। ਨੰਬਰ 1, ਦਾਨੀਏਲ ਦੀ ਭਵਿੱਖਬਾਣੀ ਦੀ ਸ਼ੁਰੂਆਤ। ਇਸ ਦੇ ਵਿੱਚ 4 ਆਦੇਸ਼ ਹਨ। ਪਹਿਲਾ ਕੋਰਸ ਰਾਜਾ ਦਾ ਆਦੇਸ਼, ਦੂਜਾ ਦਾਰਾ ਰਾਜੇ ਦਾ ਆਦੇਸ਼, ਤੀਸਰਾ ਅਰਥਹਸ਼ਟਾ ਦਾ ਆਦੇਸ਼ ਔਰ ਚੌਥਾ ਅਰਥਹਸ਼ਟਾ ਦਾ ਨਹੇਮਿਆ ਨੂੰ ਆਦੇਸ਼। ਨੰਬਰ 2, ਦਾਨੀਏਲ ਦੀ ਭਵਿੱਖਬਾਣੀ ਦਾ ਸ਼ਿਖਰ। ਸੋ ਦੋਸਤੋ, ਆਓ ਆਪਣੇ ਪ੍ਰੋਗਰਾਮ ਨੂੰ ਅਸੀਂ ਛੇਤੀ ਨਾਲ ਸ਼ੁਰੂ ਕਰਦੇ ਹਾਂ। ਪਰ ਇਸ ਤੋਂ ਪਹਿਲਾਂ ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। मैं जद चुप रहा
ਤਦ ਮੇਰੀ ਹੱਡੀਆਂ, ਮੈਂ ਜਦ ਚੁੱਪ ਰਿਹਾ ਤਦ ਮੇਰੀ ਹੱਡੀਆਂ, ਕਰਾਹਦੇ ਹੋਏ ਸਾਰਾ ਦਿਨ ਘੁਲ ਗਿਆ, ਕਰਾਹਦੇ ਹੋਏ ਸਾਰਾ ਦਿਨ ਘੁਲ ਗਿਆ। ਉਹ ਤਨ ਜਿਹਦੇ ਬਖਸ਼ੇ ਗਏ ਸਭ ਗੁਨਾਹ, ਤੇ ਢਕੇ ਗਏ ਸਾਰੇ ਔਗੁਣ ਸਦਾ। ਗੁਨਾਹ ਦਾ ਇਕਰਾਰ, ਇਹ ਮੰਨ ਲਿਆ ਮੈਂ ਤੇ ਹਾਂ ਡਾਢਾ ਬਦਕਾਰ, ਇਹ ਮੰਨ ਲਿਆ ਮੈਂ ਤੇ ਹਾਂ ਡਾਢਾ ਬਦਕਾਰ। ਉਹ ਤਨ ਜਿਹਦੇ ਬਖਸ਼ੇ ਗਏ ਸਭ ਗੁਨਾਹ, ਤੇ ਢਕੇ ਗਏ ਸਾਰੇ ਔਗੁਣ ਸਦਾ। ਉਹ ਤਨ ਜਿਹਦੇ ਬਖਸ਼ੇ ਗਏ ਸਭ ਗੁਨਾਹ, ਤੇ ਢਕੇ ਗਏ ਸਾਰੇ ਔਗੁਣ ਸਦਾ। ਸਰੋਤਾ ਦੋਸਤੋ, ਅੱਜ ਦੇ ਦਿਸ਼ਾ ਪਰਿਵਰਤਨ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੈ। ਦਾਨੀਏਲ ਦੇ 70 ਸਾਤੇ। ਪਿਛਲੇ ਸੰਦੇਸ਼ ਤੋਂ ਅੱਗੇ। ਨੰਬਰ 5, ਦਾਨੀਏਲ ਦੀ ਭਵਿੱਖਬਾਣੀ ਦੀ ਸ਼ੁਰੂਆਤ। 4 ਆਦੇਸ਼। ਭਾਗ ਊੜਾ, ਕੋਰਸ਼ ਰਾਜਾ ਦਾ ਆਦੇਸ਼। ਭਾਗ ਐੜਾ, ਦਾਰਾ ਰਾਜਾ ਦਾ ਆਦੇਸ਼। ਭਾਗ ਈੜੀ, ਅਰਥਹਸ਼ਤਾ ਦਾ ਆਦੇਸ਼। ਭਾਗ ਸੱਸਾ, ਅਰਥਹਸ਼ਤਾ ਦਾ ਨਹੇਮਜਾਨੂ ਆਦੇਸ਼। ਨੰਬਰ 6, ਦਾਨੀਏਲ ਦੀ ਭਵਿੱਖਬਾਣੀ ਦਾ ਸ਼ਿਖਰ। ਆਪਣੀ ਬਾਈਬਲ ਵਿੱਚ ਦਾਨੀਏਲ ਦਾ 9ਵਾਂ ਅਧਿਆਇ ਖੋਲ੍ਹੋ। ਅਸੀਂ ਐਤ 24 ਤੋਂ ਪੜ੍ਹਨ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਤੁਸੀਂ ਆਪਣੀ ਬਾਈਬਲ ਵਿੱਚ ਮੇਰੇ ਨਾਲ ਪੜ੍ਹਦੇ ਰਹੋ। 70 ਸਾਤੇ ਤੇਰੇ ਲੋਕਾਂ ਅਤੇ ਤੇਰੇ ਪਵਿੱਤਰ ਸ਼ਹਿਰ ਲਈ ਠਹਿਰਾਏ ਗਏ ਹਨ। ਭਾਈ ਉਸ ਸਮੇਂ ਵਿੱਚ ਉਹ ਉਸ ਅਪਰਾਧ ਨੂੰ ਮੁਕਾਵੇ ਅਤੇ ਪਾਪਾਂ ਦਾ ਅੰਤ ਕਰੇ ਅਤੇ ਬੁਰਾਈ ਦਾ ਪ੍ਰਾਸ਼ਚਿਤ ਕਰੇ ਅਤੇ ਸਦਾ ਦਾ ਧਰਮ ਲਿਆਵੇ ਅਤੇ ਦ੍ਰਿਸ਼ਟ ਅਗੰਮ ਬਾਗ ਉੱਤੇ ਮੋਹਰ ਲਾਵੇ ਅਤੇ ਅਤ ਪਵਿੱਤਰ ਨੂੰ ਮਸਾ ਕਰੇ। ਸੋ ਤੂੰ ਜਾਣ ਅਤੇ ਸਮਝ ਲੈ ਕਿ ਜਿਸ ਵੇਲੇ ਤੋਂ ਯਰੂਸ਼ਲਮ ਦੇ ਦੂਜੀ ਵਾਰ ਉਸਾਰਨ ਦੀ ਆਗਿਆ ਨਿਕਲੇਗੀ, ਮਸੀਹ ਰਾਤ ਦੇ ਪੁੱਤਰ ਤੀਕਰ 7 ਸਾਤੇ ਹੋਣਗੇ ਅਤੇ 62 ਸਾਤੇ ਉਹ ਬਾਜ਼ਾਰ ਧੂੜ ਕੋਟ ਸਣੇ ਬਣਾਇਆ ਜਾਵੇਗਾ। ਪਰ ਔਖਿਆਈ ਦੇ ਦਿਨਾਂ ਵਿੱਚ ਅਤੇ 62 ਸਾਤਿਆਂ ਦੇ ਪਿੱਛੋਂ ਮਸੀਹ ਵੱਢਿਆ ਜਾਵੇਗਾ ਅਤੇ ਉਹਦੇ ਕੋਲ ਕੁਝ ਨਹੀਂ ਹੋਵੇਗਾ। ਜਿਹੜਾ ਪਾਤਸ਼ਾਹ ਆਵੇਗਾ, ਉਹਦੇ ਲੋਕ ਸ਼ਹਿਰ ਅਤੇ ਪਵਿੱਤਰ ਥਾਂ ਨੂੰ ਉਜਾੜਨਗੇ ਅਤੇ ਹੜ੍ਹ ਦੇ ਜ਼ੋਰ ਨਾਲ ਉਹਦਾ ਛੇਕੜ ਹੋਵੇਗਾ ਅਤੇ ਅੰਤ ਤਿੱਕਰ ਲੜਾਈ ਰਹੇਗੀ ਅਤੇ ਠਹਿਰਾਈਆਂ ਹੋਈਆਂ ਉਜਾੜਾਂ ਹੋਣਗੀਆਂ ਅਤੇ ਬਹੁਤਿਆਂ ਦੇ ਨਾਲ ਇੱਕ ਸਾਤੇ ਲਈ ਪੱਕਾ ਨੇਮ ਬਣੇਗਾ ਅਤੇ ਸਾਤੇ ਦੇ ਵਿਚਕਾਰ ਉਹ ਬਲੀਆਂ ਔਰ ਭੇਟਾਂ ਨੂੰ ਮੁਕਾ ਦੇਵੇਗਾ ਅਤੇ ਘਿਉਣੀਆਂ ਵਸਤੂਆਂ ਦੇ ਪਰ ਉੱਤੇ ਆਵੇਗਾ ਜੋ ਉਜਾੜਦਾ ਹੈ ਅਤੇ ਪੂਰੇ ਔਰ ਠਹਿਰਾਏ ਹੋਏ ਅੰਤ ਤਿੱਕਰ ਕ੍ਰੋਧ ਉਜੜਿਆ ਹੋਇਆਂ ਉੱਤੇ ਪਾਇਆ ਜਾਵੇਗਾ। ਯਰੂਸ਼ਲਮ ਦਾ ਇੱਕ ਮਸ਼ਹੂਰ ਯਹੂਦੀ ਇਤਿਹਾਸਕਾਰ ਫੈਲੀਵੀਅਸ ਜੋਸਫ, ਜੋ ਯਿਸੂ ਮਸੀਹ ਦੀ ਸੇਵਕਾਈ ਦੇ ਸਮੇਂ ਵਿੱਚ ਸੀ, ਦਾਨੀਏਲ 9 ਅਧਿਆਇ 24 ਤੋਂ 27 ਦੇ ਬਾਰੇ ਲਿਖਿਆ ਸੀ। ਉਸਨੇ ਕਿਹਾ ਸੀ, ਦਾਨੀਏਲ ਨੂੰ ਜੋ ਪ੍ਰਕਾਸ਼ਨ ਮਿਲਿਆ ਹੈ ਉਸ ਨੂੰ ਪੜ੍ਹ ਕੇ ਮੈਂ ਬਹੁਤ ਖੁਸ਼ ਹੋਇਆ ਅਤੇ ਉਹ ਪ੍ਰਕਾਸ਼ਿਤਯੋਗ ਹੈ। ਦਾਨੀਏਲ ਹੁਣ ਨਹੀਂ ਹੈ, ਪਰ ਉਸ ਦੀ ਯਾਦ ਸਦਾ ਬਣੀ ਰਹੇਗੀ, ਕਿਉਂ ਜੋ ਉਸ ਦੀ ਲਿਖੀ ਹੋਈ ਕਿਤਾਬ ਨੂੰ ਲੋਕ ਪੜ੍ਹਦੇ ਰਹਿਣਗੇ। ਮੈਂ ਵਿਸ਼ਵਾਸ ਕਰਦਾ ਹਾਂ ਕਿ ਦਾਨੀਏਲ ਨੇ ਪਰਮੇਸ਼ਰ ਨਾਲ ਗੱਲਬਾਤ ਕੀਤੀ, ਕਿਉਂ ਜੋ ਉਸ ਨੇ ਜਿਨ੍ਹਾਂ ਘਟਨਾਵਾਂ ਦੀ ਭਵਿੱਖਬਾਣੀ ਕੀਤੀ ਉਹ ਆਪਣੇ ਆਪਣੇ ਸਮੇਂ ਵਿੱਚ ਪੂਰੀਆਂ ਹੋਈਆਂ। ਕਿੰਨੀ ਰੋਮਾਂਚਕ ਗੱਲ ਹੈ। ਇੱਕ ਕੱਟੜਪੰਥੀ ਇਤਿਹਾਸਕਾਰ ਦਾਨੀਏਲ ਦੇ ਬਾਰੇ ਲਿਖਦਾ ਹੈ ਕਿ ਉਸ ਨੇ ਪਰਮੇਸ਼ਰ ਨਾਲ ਗੱਲਬਾਤ ਕੀਤੀ। ਉਹ ਲਿਖਦਾ ਹੈ, ਦਾਨੀਏਲ ਦੀ ਸਿਰਫ ਭਵਿੱਖਬਾਣੀ ਹੀ ਪੂਰੀ ਨਹੀਂ ਹੋਈ,
ਭਵਿੱਖਬਾਣੀ ਦੀ ਘਟਨਾਵਾਂ ਜੋ ਸਮੇਂ ਦੱਸਿਆ ਗਿਆ ਸੀ, ਉਹ ਵੀ ਆਪਣੇ ਸਮੇਂ ਵਿੱਚ ਪੂਰੀਆਂ ਹੋਈਆਂ। ਇਹ ਲੇਖ ਬਹੁਤ ਹੀ ਮਹੱਤਵਪੂਰਨ ਹੈ, ਜਿਸ ਨੂੰ ਅਸੀਂ ਪੜ੍ਹ ਕੇ ਸਮਝ ਸਕਦੇ ਹਾਂ ਕਿ ਦਾਨੀਏਲ ਦੀ ਭਵਿੱਖਬਾਣੀ ਦਾ ਕੀ ਰਹੱਸ ਸੀ। ਉਹ ਪ੍ਰਾਰਥਨਾ ਕਰਨ ਵਾਲਾ ਵਿਅਕਤੀ ਸੀ। ਉਹ ਆਪਣੇ ਪਾਪਾਂ ਨੂੰ ਸਵੀਕਾਰ ਕਰਦਾ ਸੀ, ਪਰਮੇਸ਼ਰ ਦੀ ਮਹਿਮਾ ਕਰਦਾ ਸੀ ਅਤੇ ਵਿਸ਼ਵਾਸ ਕਰਦਾ ਸੀ ਕਿ ਪਰਮੇਸ਼ਰ ਜੋ ਕਹਿੰਦਾ ਹੈ ਸੋ ਕਰਦਾ ਹੈ। ਇਸ ਕਾਰਨ ਉਸ ਦੀ ਪ੍ਰਾਰਥਨਾ ਸੁਣ ਕੇ ਉਸ ਨੂੰ ਇਹ ਪ੍ਰਭਾਵਸ਼ਾਲੀ ਭਵਿੱਖਬਾਣੀ ਦਿੱਤੀ ਜੋ ਅੱਜ ਸਾਡੇ ਸਾਹਮਣੇ ਹੈ। ਅਸੀਂ ਜਿਸ ਤਰ੍ਹਾਂ ਹੀ 20ਵੀਂ ਐਤ ਵਿੱਚ ਪੜ੍ਹਨਾ ਸ਼ੁਰੂ ਕਰਦੇ ਹਾਂ ਅਤੇ ਵੇਖਦੇ ਹਾਂ ਕਿ ਦਾਨੀਏਲ ਪ੍ਰਾਰਥਨਾ ਕਰ ਰਿਹਾ ਸੀ। ਜਦ ਉਹ ਆਪਣੇ ਅਤੇ ਆਪਣੇ ਲੋਕਾਂ ਦੇ ਪਾਪ ਸਵੀਕਾਰ ਕਰ ਰਿਹਾ ਸੀ, ਜਦ ਉਹ ਬੋਲ ਰਿਹਾ ਸੀ, ਜਦ ਉਹ ਪ੍ਰਾਰਥਨਾ ਵਿੱਚ ਲੀਨ ਸੀ, ਬਾਈਬਲ ਦੱਸਦੀ ਹੈ ਸਵਰਗਦੂਤ ਜਬਰਾਇਲ ਨੂੰ ਭੇਜਿਆ ਅਤੇ ਉਸ ਨੇ ਉਸ ਦੇ ਮੋਢੇ ਨੂੰ ਛੂਹਿਆ ਅਤੇ ਆਖਿਆ, ਦਾਨੀਏਲ ਉਹ ਪਰਮੇਸ਼ਰ ਦੇ ਪਿਆਰੇ, ਜਿਸ ਤਰ੍ਹਾਂ ਹੀ ਤੂੰ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਤਾਂ ਆਗਿਆ ਆਈ ਅਤੇ ਮੈਨੂੰ ਸਵਰਗ ਤੋਂ ਭੇਜਿਆ ਗਿਆ ਅਤੇ ਹੁਣ ਮੈਂ ਇੱਥੇ ਹਾਂ। ਮੈਂ ਤੈਨੂੰ ਤੇਰੇ ਦਿਲ ਦੀ ਇੱਛਾ ਦੱਸਣ ਆਇਆ ਹਾਂ। ਅਸੀਂ ਇਸ ਭਵਿੱਖਬਾਣੀ ਦੇ ਰਹੱਸ ਅਤੇ ਕਾਰਨ ਨੂੰ ਵੇਖਿਆ ਹੈ ਅਤੇ ਹੁਣ ਅਸੀਂ ਭਵਿੱਖਬਾਣੀ ਨੂੰ ਸਮਝਣ ਜਾ ਰਹੇ ਹਾਂ। ਇਸ ਲਈ ਸਾਨੂੰ ਆਤਮਿਕ ਗਿਣਤੀ ਦੀ ਜ਼ਰੂਰਤ ਹੈ, ਕਿਉਂ ਜੋ ਇਹ ਭਵਿੱਖਬਾਣੀ 70 ਸਾਤੇ ਸਾਲਾਂ ਦੇ ਬਾਰੇ ਨਾ ਕਿ ਦਿਨਾਂ ਦੇ ਬਾਰੇ ਦੱਸਦੀ ਹੈ। ਮੈਂ ਪਿਛਲੇ ਹਫ਼ਤੇ ਪੜ੍ਹ ਰਿਹਾ ਸੀ ਕਿ ਇਸਰਾਇਲ ਦੇ ਬੰਦਵਾਈ ਵਿੱਚ ਜਾਣ ਤੋਂ ਪਹਿਲਾਂ 490 ਸਾਲ ਬੜੇ ਹੀ ਮਹੱਤਵਪੂਰਨ ਹਨ, ਕਿਉਂ ਜੋ ਇਹਨਾਂ 400 ਸਾਲਾਂ ਵਿੱਚ ਯਹੂਦੀਆਂ ਨੇ ਆਪਣੇ ਸਬਤ ਦੇ ਸਾਲਾਂ ਦੀ ਉਲੰਘਣਾ ਕੀਤੀ। ਉਹ 490 ਸਾਲ ਜਾਂ 70 ਸਾਤੇ ਜਿਨ੍ਹਾਂ ਦੇ ਕਾਰਨ ਪਰਮੇਸ਼ਰ ਨੇ ਯਹੂਦੀਆਂ ਨੂੰ ਬੰਦਵਾਈ ਵਿੱਚ ਲਿਜਾਣਾ ਪਿਆ ਅਤੇ ਇਸ ਸਮੇਂ ਦੇ ਦੌਰਾਨ 70 ਸਾਲ ਬੰਦਵਾਈ ਦੇ ਸਨ। ਪਰਮੇਸ਼ਰ ਨੇ ਹੁਣ ਦਾਨੀਏਲ ਨੂੰ ਜਬਰਾਇਲ ਸਵਰਗਦੂਤ ਦੇ ਰਾਹੀਂ ਆਖ ਰਿਹਾ ਹੈ। ਉਹ ਆਖ ਰਿਹਾ ਹੈ ਜਿਸ ਤਰ੍ਹਾਂ ਉਹ 490 ਸਾਲ ਜਦ ਉਹਨਾਂ ਨੇ ਸਬਤ ਦੀ ਉਲੰਘਣਾ ਕੀਤੀ, ਉਹ ਸਮੇਂ ਇਸ ਬੰਦਵਾਈ ਤੱਕ ਪੂਰਾ ਹੋਇਆ ਅਤੇ ਹੁਣ ਹੋਰ ਭਵਿੱਖ ਵਿੱਚ 490 ਸਾਲ ਹੋਣਗੇ। ਬਾਈਬਲ ਦੱਸਦੀ ਹੈ 490 ਸਾਲ ਤਾਂ ਗੁਜ਼ਰ ਗਏ ਜੋ ਯਹੂਦੀਆਂ ਲਈ ਠਹਿਰਾਏ ਗਏ ਸਨ। ਅਸੀਂ ਪਿਛਲੇ ਸੰਦੇਸ਼ ਵਿੱਚ ਵੇਖਿਆ ਸੀ ਕਿ 7 ਦਿਨਾਂ ਦਾ ਨਹੀਂ ਬਲਕਿ ਸਾਲਾਂ ਦਾ ਸੀ ਅਤੇ ਇੱਕ ਸਾਲ ਵਿੱਚ 360 ਦਿਨ। ਤਦ ਅਸੀਂ ਦਾਨੀਏਲ ਦੀ ਭਵਿੱਖਬਾਣੀ ਦੇ ਵਿਸ਼ੇ ਨੂੰ ਵੀ ਵੇਖਿਆ ਸੀ। ਪਰਮੇਸ਼ਵਰ ਸਵਰਗਦੂਤ ਦੇ ਰਾਹੀਂ ਆਖਦਾ ਹੈ 70 ਸਾਤੇ ਤੇਰੇ ਲੋਕਾਂ ਲਈ ਅਤੇ ਤੇਰੇ ਪਵਿੱਤਰ ਸ਼ਹਿਰ ਲਈ ਠਹਿਰਾਏ ਹੋਏ ਹਨ। ਭਵਿੱਖਬਾਣੀ ਦਾ ਵਿਸ਼ਾ ਇਹ ਹੈ ਕਿ ਪਰਮੇਸ਼ਰ ਕੋਲ ਯਹੂਦੀਆਂ ਲਈ ਅਜੇ ਵੀ ਯੋਜਨਾ ਹੈ ਜੋ ਖਤਮ ਨਹੀਂ ਹੋਈ ਅਤੇ ਇਸ ਭਵਿੱਖਬਾਣੀ ਵਿੱਚ ਮਸੀਹ ਦੀ ਵੀ ਭਵਿੱਖਬਾਣੀ ਹੈ ਜਿਸ ਵਿੱਚ ਅਸੀਂ ਵੀ ਹਾਂ। ਐਤ 24 ਭਵਿੱਖਬਾਣੀ ਦਾ ਵਿਸਤਾਰ ਹੈ। ਐਤ 25 ਪਹਿਲੇ 49 ਸਾਤੇ ਦੇ ਬਾਰੇ ਦੱਸਦੀ ਹੈ। ਐਤ 26 69ਵੇਂ ਅਤੇ 70ਵੇਂ ਸਾਤੇ ਦੇ ਵਿੱਚ ਉਪਵਾਕ ਹੈ ਅਤੇ ਆਖਰੀ ਐਤ ਆਖਰੀ ਸਾਤੇ ਦੇ ਬਾਰੇ ਹੈ। ਅਸੀਂ ਐਤ 25 ਦੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਜੋ ਪਹਿਲੇ 49 ਸਾਤੇ ਹਨ। ਇਸ ਲਈ ਆਓ ਅਸੀਂ ਮਿਲ ਕੇ ਪੜ੍ਹੀਏ। ਸੋ ਤੂੰ ਜਾਣ ਅਤੇ ਸਮਝ ਲੈ ਕਿ ਜਿਸ ਵੇਲੇ ਤੋਂ ਯਰੂਸ਼ਲਮ ਦੇ ਦੂਜੀ ਵਾਰ ਉਸਾਰਨ ਦੀ ਆਗਿਆ ਨਿਕਲੀ, ਮਸੀਹ ਰਾਜਪੁੱਤਰ ਤਿੱਕਰ 7 ਸਾਤੇ ਹੋਣਗੇ ਅਤੇ 62 ਸਾਤੇ ਉਹ ਬਾਜ਼ਾਰ ਧੂੜ ਕੋਟ ਸਣੇ ਬਣਾਇਆ ਜਾਵੇਗਾ, ਪਰ ਉਖਾਈ ਦੇ ਦਿਨਾਂ ਵਿੱਚ। ਨੰਬਰ 5 ਦਾਨੀਏਲ ਦੀ ਭਵਿੱਖਬਾਣੀ ਦੀ ਸ਼ੁਰੂਆਤ। 4 ਉਦੇਸ਼। ਦਾਨੀਏਲ 9 ਅਧਿਆਇ 25 ਵਚਨ ਦੱਸਦਾ ਹੈ ਕਿ 70 ਸਾਤੇ ਦੀ ਸ਼ੁਰੂਆਤ ਇਸ ਹੁਕਮ ਤੋਂ ਹੋਈ ਕਿ ਯਰੂਸ਼ਲਮ ਨੂੰ ਦੁਬਾਰਾ ਠੀਕ ਠਾਕ ਕਰਕੇ ਪੁਰਾਣੀ ਹਾਲਤ ਵਿੱਚ ਲਿਆਇਆ ਜਾਵੇ। ਧਿਆਨ ਦੇਵੋ ਕਿ ਇਹ ਕੀ ਆਖਦੀ ਹੈ। ਯਰੂਸ਼ਲਮ ਦੇ ਦੂਜੀ ਵਾਰ ਉਸਾਰਨ ਦੀ ਆਗਿਆ ਨਿਕਲੇਗੀ। ਮਸੀਹ ਦੂਜੇ ਸ਼ਬਦਾਂ ਵਿੱਚ ਭਵਿੱਖਬਾਣੀ ਦੀ ਸ਼ੁਰੂਆਤ ਇਹ ਹੈ ਕਿ ਯਰੂਸ਼ਲਮ ਨੂੰ ਉਸਾਰਨ ਦੀ ਜਦ ਆਗਿਆ ਨਿਕਲੇਗੀ, ਉਹ ਬਾਜ਼ਾਰ ਧੂੜ ਕੋਟ ਸਣੇ ਬਣਾਇਆ ਜਾਏਗਾ। ਇੱਥੋਂ ਮੈਂ ਦੱਸਣਾ ਚਾਹੁੰਦਾ ਹਾਂ 2 ਸ਼ਬਦ ਬਾਜ਼ਾਰ ਅਤੇ 4 ਦੀਵਾਰੀ ਮਹੱਤਵਪੂਰਨ ਹਨ। ਇਹ ਦੱਸਦੀ ਹੈ ਕਿ ਇੱਕ ਬਾਜ਼ਾਰ ਯਰੂਸ਼ਲਮ ਦੀ 4 ਦੀਵਾਰੀ ਦੇ ਅੰਦਰ ਹੋਵੇਗਾ ਜੋ ਬਹੁਤ ਹੀ ਖੁੱਲਾ ਡੁੱਲਾ ਹੋਵੇਗਾ। ਜਰਾ ਇੱਥੇ ਧਿਆਨ ਦੇਵੋ ਕਿ ਸਿਰਫ ਬਾਜ਼ਾਰ ਹੀ ਨਹੀਂ ਬਣਾਇਆ ਜਾਏਗਾ, ਉਸ ਦੇ ਚਾਰੇ ਪਾਸੇ 4 ਦੀਵਾਰੀ ਵੀ ਹੋਵੇਗੀ। ਇਬਰਾਨੀ ਭਾਖਿਆ ਵਿੱਚ 4 ਦੀਵਾਰੀ ਦਾ ਅਰਥ ਹੁੰਦਾ ਹੈ ਇੱਕ ਖਾਈ ਜੋ ਚਾਰੇ ਪਾਸੇ ਹੁੰਦੀ ਹੈ ਤਾਂ ਕਿ ਦੁਸ਼ਮਣ ਤੋਂ ਸੁਰੱਖਿਆ ਕੀਤੀ ਜਾਵੇ। ਸਵਰਗਦੂਤ ਨੇ ਦਾਨੀਏਲ ਨੂੰ ਆਖਿਆ 490 ਸਾਲ ਦੀ ਸ਼ੁਰੂਆਤ ਯਰੂਸ਼ਲਮ ਦੇ ਉਸਾਰਨ ਦੀ ਆਗਿਆ ਤੋਂ ਸ਼ੁਰੂ ਹੋਵੇਗੀ। ਹੁਣ ਅਸੀਂ ਦਾਨੀਏਲ ਦੇ 70 ਸਾਤੇ ਦੀ ਸ਼ੁਰੂਆਤ ਨੂੰ ਜਾਣਨ ਲਈ ਪਿਛਲੇ ਇਤਿਹਾਸ ਅਤੇ ਸ਼ਾਸਤਰ ਵਿੱਚ ਚੱਲਦੇ ਹਾਂ ਤਾਂ ਕਿ ਜਾਣੀਏ ਕਿ ਇਹ ਆਗਿਆ ਕਦ ਨਿਕਲੀ। ਹੁਣ ਤੁਸੀਂ ਆਖ ਸਕਦੇ ਹੋ ਪਾਸਟਰ ਜਰਮੀਆ
ਕਿ ਐਸੀ ਕੋਈ ਆਗਿਆ ਦਾ ਜ਼ਿਕਰ ਬਾਈਬਲ ਵਿੱਚ ਹੈ? ਇੱਕ ਵਾਰ ਨਹੀਂ, 4 ਵਾਰ। ਚਾਰਾਂ ਦਾ ਸਮੇਂ ਅਲੱਗ-ਅਲੱਗ ਹੈ। ਇਸ ਨੂੰ ਵੇਖਣ ਲਈ ਹੁਣ ਅਸੀਂ ਆਜਰਾ ਦੀ ਕਿਤਾਬ ਵਿੱਚ ਚੱਲਦੇ ਹਾਂ। ਮੈਂ ਚਾਹੁੰਦਾ ਹਾਂ ਕਿ ਸਭ ਤੋਂ ਪਹਿਲਾਂ ਤੁਸੀਂ ਆਜਰਾ ਵਿੱਚ ਚੱਲੋ ਅਤੇ ਸੋਚਣ ਲਈ ਤਿਆਰ ਰਹੋ, ਨਹੀਂ ਤਾਂ ਕੁਝ ਗਵਾ ਬੈਠੋਗੇ ਅਤੇ ਮੈਂ ਇਸ ਲਈ ਜ਼ਿੰਮੇਵਾਰ ਨਹੀਂ ਹੋਵਾਂਗਾ। ਮੈਂ ਚਾਹੁੰਦਾ ਹਾਂ ਜਿਸ ਬਾਰੇ ਅਸੀਂ ਗੱਲਬਾਤ ਕਰੀਏ, ਤੁਸੀਂ ਬੜੇ ਧਿਆਨ ਨਾਲ ਸੋਚਣਾ ਹੈ। ਯਾਦ ਕਰੋ, ਅਸੀਂ ਆਖਿਆ ਸੀ ਕਿ ਇਹ ਭਵਿੱਖਬਾਣੀ ਜਿਸ ਨੂੰ ਅਸੀਂ ਸਮਝਣਾ ਚਾਹੁੰਦੇ ਹਾਂ, ਇਤਿਹਾਸ ਦੇ ਇੱਕ ਵਿਸ਼ੇਸ਼ ਸਮੇਂ ਵਿੱਚ ਸ਼ੁਰੂ ਹੁੰਦੀ ਹੈ, ਜਿਸ ਵੇਲੇ ਯਰੂਸ਼ਲਮ ਨੂੰ ਉਸਾਰਨ ਦੀ ਆਗਿਆ ਦਿੱਤੀ ਜਾਏਗੀ। ਬਾਜ਼ਾਰ ਧੂੜ-ਕੋਟ ਸਣੇ ਤੁਸੀਂ ਆਜਰਾ 1 ਅਧਿਆਇ 1 ਵਚਨ ਤੋਂ ਲੈ ਕੇ 4 ਵਿੱਚ ਚਲੋ। ਜਦ ਮੈਂ ਇਸ ਨੂੰ ਪੜ੍ਹਾਂ ਤਾਂ ਤੁਸੀਂ ਇਸ ਵੱਲ ਗੌਰ ਕਰਨਾ। ਭਾਗ ਊੜਾ, ਕੋਰਸ਼ ਦਾ ਆਦੇਸ਼ 536 BC। ਫਾਰਸ ਦੇ ਪਾਤਸ਼ਾਹ ਕੋਰਸ ਦੇ ਪਹਿਲੇ ਵਰੇ ਯਹੋਵਾ ਨੇ ਪਾਰਸ ਦੇ ਪਾਤਸ਼ਾਹ ਕੋਰਸ ਦਾ ਮਨ ਪ੍ਰੇਰਿਆ, ਭਾਈ ਜ਼ਰਮੀਆ ਦੇ ਮੂੰਹੋਂ ਉਚਾਰਿਆ ਯਹੋਵਾ ਦਾ ਬਚਨ ਪੂਰਾ ਹੋਵੇ, ਅਤੇ ਉਹਨੇ ਆਪਣੇ ਸਾਰੇ ਰਾਜ ਵਿੱਚ ਇਹ ਡੌਂਡੀ ਪਟਵਾਈ ਤੇ ਲਿਖਤ ਵਿੱਚ ਵੀ ਦੇ ਦਿੱਤਾ। ਭਾਈ ਫਾਰਸ ਦਾ ਪਾਤਸ਼ਾਹ ਕੋਰਸ਼ ਇਉਂ ਫਰਮਾਉਂਦਾ ਹੈ ਕਿ ਆਕਾਸ਼ ਦੇ ਪਰਮੇਸ਼ਰ ਯਹੋਵਾ ਨੇ ਧਰਤੀ ਦੇ ਸਵਰਤ ਰਾਜ ਮੈਨੂੰ ਦਿੱਤੇ ਹਨ, ਅਤੇ ਉਸ ਨੇ ਆਪ ਮੈਨੂੰ ਹਦਾਇਤ ਦਿੱਤੀ ਹੈ ਕਿ ਯਰੂਸ਼ਲਮ ਵਿੱਚ ਜੋ ਯਹੂਦਾ ਵਿੱਚ ਹੈ ਉਹਦੇ ਲਈ ਇੱਕ ਭਵਨ ਬਣਾਵਾਂ। ਇਹ ਭਵਨ ਕੀ ਹੈ? ਪਰਮੇਸ਼ਰ ਦਾ ਘਰ ਜੋ ਯਰੂਸ਼ਲਮ ਵਿੱਚ ਹੈ। ਇਸ ਆਦੇਸ਼ ਦਾ ਆਖਰ ਵਿੱਚ ਉਹ ਯਹੂਦੀ ਲੋਕਾਂ ਨੂੰ ਆਖਦਾ ਹੈ ਕਿ ਤੁਸੀਂ ਜਾਓ ਅਤੇ ਭਵਨ ਨੂੰ ਬਣਾਓ ਅਤੇ ਭਵਨ ਨੂੰ ਤਿਆਰ ਕਰੋ। ਭਾਗ ਐੜਾ, ਦਾਰਾ ਦਾ ਆਦੇਸ਼। ਹੁਣ ਅਸੀਂ ਆਜਰਾ 6 ਅਧਿਆਇ 6 ਵਚਨ ਤੋਂ ਲੈ ਕੇ 12 ਵਿੱਚ ਚੱਲਦੇ ਹਾਂ, ਜਿੱਥੇ ਦਾਰਾ ਉਸ ਆਗਿਆ ਨੂੰ ਹੀ ਪੂਰਾ ਕਰਦਾ ਹੈ ਜੋ ਦਿੱਤੀ ਗਈ ਸੀ। ਐਤ 6 ਵੱਲ ਧਿਆਨ ਦੇਵੋ। ਇਸ ਲਈ ਹੇ ਦਰਿਆਓ ਪਾਰ ਦੇ ਹਾਕਮ ਤਤਨਈਓ ਔਰ ਸ਼ਬਰ ਬਜਨੋਈਓ ਔਰ ਤੁਹਾਡੇ ਅਫਸਰ ਸਿਕਾਈ ਸਥਾਏ ਜੋ ਦਰਿਆਏ ਪਾਰ ਹਨ, ਤੁਸੀਂ ਉੱਥੇ ਪਰੇ ਰਹੋ। ਕਿਉਂ? ਪਰਮੇਸ਼ਰ ਦਾ ਘਰ ਬਣ ਰਿਹਾ ਹੈ, ਯਹੂਦੀ ਲੋਕ ਉਸ ਨੂੰ ਬਣਾ ਰਹੇ ਹਨ। ਇਹ ਆਗਿਆ ਕਿਸ ਲਈ ਹੈ? ਪਰਮੇਸ਼ਰ ਦਾ ਮੰਦਰ ਬਣਨ ਲਈ। ਭਾਗ ਈੜੀ, ਅਰਥਹਸ਼ਤਾ ਦਾ ਨਹੇਮਜਾ ਨੂੰ ਆਦੇਸ਼। ਹੁਣ ਅਸੀਂ ਤੀਸਰੀ ਚੀਜ਼ ਵੱਲ ਚੱਲਦੇ ਹਾਂ। ਆਜ਼ਰਾ 7 ਅਧਿਆਇ 11 ਵਚਨ ਤੋਂ ਲੈ ਕੇ 26 ਵਚਨਾਂ ਤੱਕ। ਇਹ ਅਰਥਹਸ਼ਤਾ ਦਾ ਪਹਿਲਾ ਸੰਦੇਸ਼ ਸੀ, ਜੋ ਚਿੱਠੀ ਅਰਥਹਸ਼ਤਾ ਪਾਤਸ਼ਾਹ ਨੇ ਆਜ਼ਰਾ ਜਾਚਕ ਤੇ ਗ੍ਰੰਥੀ ਨੂੰ ਦਿੱਤੀ। ਅਜ਼ਰਾ ਜੋ ਯਹੋਵਾ ਦੀਆਂ ਆਗਿਆ ਦਾ ਵਚਨ ਦਾ ਔਰ ਇਜ਼ਰਾਈਲ ਦੇ ਲਈ ਬੰਦੀਆਂ ਦਾ ਗ੍ਰੰਥੀ ਸੀ। ਅਰਥਹਸ਼ਤਾ ਰਾਜਾ ਦੇ ਮਹਾਰਾਜਾ ਵੱਲੋਂ ਆਜ਼ਰਾ ਜਾਜਕ ਨੂੰ, ਜੋ ਸਵਰਗੀ ਪਰਮੇਸ਼ਰ ਦੀ ਬਵਿਸਥਾ ਦਾ ਪੂਰਾ ਗ੍ਰੰਥੀ ਹੈ, ਬਗੈਰ ਮੈਂ ਇਹ ਆਗਿਆ ਦਿੰਦਾ ਹਾਂ, ਭਾਈ ਇਜ਼ਰਾਈਲ ਦੇ ਜੋ ਲੋਕ ਤੇ ਉਹਨਾਂ ਦੇ ਜਾਜਕ ਤੇ ਲੇਵੀ ਮੇਰੇ ਰਾਜ ਵਿੱਚ ਹਨ, ਉਹਨਾਂ ਵਿੱਚੋਂ ਜਿੰਨੇ ਵੀ ਆਪਣੀ ਇੱਛਾ ਨਾਲ ਯਰੂਸ਼ਲਮ ਨੂੰ ਜਾਣਾ ਚਾਹੁੰਦੇ ਹਨ, ਉਹ ਤੇਰੇ ਨਾਲ ਜਾਣ। ਤੂੰ ਪਾਤਸ਼ਾਹ ਅਤੇ ਸੰਤਾਂ ਮੰਤਰੀਆਂ ਵੱਲੋਂ ਘੱਲਿਆ ਜਾਂਦਾ ਹੈ, ਤਾਂ ਜੋ ਆਪਣੇ ਪਰਮੇਸ਼ਰ ਦੀ ਬਵਿਸਥਾ ਅਨੁਸਾਰ ਜੋ ਤੇਰੇ ਹੱਥ ਵਿੱਚ ਹੈ, ਯਰੂਸ਼ਲਮ ਤੇ ਯਹੂਦਾ ਦੇ ਵਿਖੇ ਪੁੱਛਗਿਛ ਕਰੇ, ਅਤੇ ਜੋ ਚਾਂਦੀ ਤੇ ਸੋਨਾ ਪਾਤਸ਼ਾਹ ਅਤੇ ਉਹਦੇ ਮੰਤਰੀਆਂ ਨੇ ਇਜ਼ਰਾਈਲ ਦੇ ਪਰਮੇਸ਼ਰ ਨੂੰ, ਜਿਹਦਾ ਭਵਨ ਯਰੂਸ਼ਲਮ ਵਿੱਚ ਹੈ, ਆਪਣੀ ਖੁਸ਼ੀ ਨਾਲ ਭੇਟ ਕੀਤਾ ਹੈ, ਖੁਸ਼ੀ ਨਾਲ ਲੈ ਜਾ। ਨਾਲੇ ਜਿੰਨਾ ਚਾਂਦੀ ਸੋਨਾ ਬਾਬਲ ਦੇ ਸਾਰੇ ਸੂਬੇ ਵਿੱਚੋਂ ਤੈਨੂੰ ਮਿਲੇਗਾ, ਔਰ ਜੋ ਖੁਸ਼ੀ ਦੀ ਭੇਟ ਲੋਕ ਤੇ ਜਾਜਕ ਆਪਣੇ ਪਰਮੇਸ਼ਰ ਦੇ ਭਵਨ ਜੋ ਯਰੂਸ਼ਲਮ ਵਿੱਚ ਹੈ ਮਨੋਂ ਲਾ ਕੇ ਦੇਣ। ਹੁਣ ਤੁਸੀਂ ਪਿੱਛੇ ਆਪਣੀ ਬਾਈਬਲ ਦਾਨੀਏਲ 9 ਵਿੱਚ ਚਲੋ। ਐਤ 25 ਦੱਸਦੀ ਹੈ, ਸੋ ਤੂੰ ਜਾਣ ਅਤੇ ਸਮਝ ਲੈ ਕਿ ਜਿਸ ਵੇਲੇ ਯਰੂਸ਼ਲਮ ਦੇ ਉਸਾਰਨ ਦੀ ਆਗਿਆ ਨਿਕਲੇਗੀ, ਕਿ ਮਸੀਹ ਰਾਜ ਤਿਕਰ ਬਹੁਤ ਸਾਰੇ ਹਨ ਜੋ ਦਾਨੀਏਲ ਦੇ 70 ਹਫ਼ਤੇ ਦੀ ਸ਼ੁਰੂਆਤ ਨੂੰ ਇਹਨਾਂ ਤਿੰਨਾਂ ਆਦੇਸ਼ਾਂ ਨਾਲ ਜੋੜ ਕੇ ਵੇਖਦੇ ਹਨ, ਪਰ ਇਸ ਵਿੱਚ ਕੁਝ ਗਲਤੀ ਹੈ। ਇਹ ਪਹਿਲੇ ਆਦੇਸ਼ ਕਿਸ ਚੀਜ਼ ਦੀ ਆਗਿਆ ਦੇ ਰਹੇ ਹਨ? ਪਰਮੇਸ਼ਰ ਦਾ ਭਵਨ ਬਣਾਉਣ ਲਈ ਹਨ, ਅਤੇ ਦਾਨੀਏਲ ਸਪਸ਼ਟ ਆਖਦਾ ਹੈ ਕਿ 70 ਸਾਤਿਆਂ ਦੀ ਸ਼ੁਰੂਆਤ ਰਾਜਿਆਂ ਦੀ ਆਗਿਆ ਤੋਂ ਹੋਵੇਗੀ ਕਿ ਯਰੂਸ਼ਲਮ ਸ਼ਹਿਰ ਨੂੰ ਉਸ ਦੇ ਬਾਜ਼ਾਰ ਧੂੜ-ਕੋਟ ਸਣੇ ਉਸਾਰੋ। ਇਸ ਲਈ ਇਹ ਉਦੇਸ਼ ਉਹ ਨਹੀਂ ਹਨ। ਕਿਉਂ ਨਹੀਂ ਹਨ? ਇਸ ਬਾਰੇ ਮੈਂ ਤੁਹਾਨੂੰ ਕੁਝ ਦੱਸਦਾ ਹਾਂ। ਪਹਿਲਾ ਉਦੇਸ਼ 536 BC ਵਿੱਚ ਦਿੱਤਾ ਗਿਆ, ਅਤੇ ਹੁਣ ਜੇ ਤੁਸੀਂ ਇਸ ਵਿੱਚ 483 ਸਾਲ ਜੋੜੋ ਜੋ ਦਾਨੀਏਲ ਦੇ 49 ਸਾਤੇ ਹਨ, ਤਾਂ ਤੁਸੀਂ 54 BC ਵਿੱਚ ਪਹੁੰਚ ਜਾਂਦੇ ਹੋ, ਜੋ ਮਸੀਹ ਤੋਂ 80 ਸਾਲ ਦੂਰ ਹੈ। ਤੁਸੀਂ ਆਖ ਸਕਦੇ ਹੋ ਇਹ ਕੁਝ ਨਜ਼ਦੀਕ ਹੈ। ਨਹੀਂ, ਪਰਮੇਸ਼ਰ ਚਾਹੁੰਦਾ ਹੈ ਕਿ ਹੋਰ ਨਜ਼ਦੀਕ ਜਾਓ। ਇਹ ਸਿਰਫ ਇਸ ਲਈ ਗਲਤ ਨਹੀਂ ਹੈ ਕਿ ਗਲਤ ਚੀਜ਼ ਦੇ ਬਾਰੇ ਆਦੇਸ਼ ਦਿੱਤਾ ਜਾ ਰਿਹਾ ਹੈ, ਪਰ ਇਹ ਇਸ ਲਈ ਵੀ ਗਲਤ ਹੈ ਕਿ ਭਵਿੱਖਬਾਣੀ ਦੇ ਸਮੇਂ ਦੇ ਅਨੁਸਾਰ ਵੀ ਗਲਤ ਹੈ।
ਤੀਸਰਾ ਆਦੇਸ਼ ਅਰਥਸ਼ਤਾ ਦਾ ਆਦੇਸ਼ 458 BC ਵਿੱਚ ਦਿੱਤਾ ਗਿਆ। ਜੇ ਤੁਸੀਂ ਇਸ ਵਿੱਚ 483 ਸਾਲ ਜੋੜੋ ਤਾਂ ਤੁਸੀਂ 25 AD ਵਿੱਚ ਪਹੁੰਚ ਜਾਂਦੇ ਹੋ। ਇਹ ਸਮਾਂ ਵੀ ਜਦ ਯਿਸੂ ਬਪਤਿਸਮਾ ਲੈਣ ਆਉਂਦਾ ਹੈ ਨਾਲ ਪੂਰੀ ਤਰ੍ਹਾਂ ਮੇਲ ਨਹੀਂ ਖਾਂਦਾ। ਇਸ ਲਈ ਇਹ ਤਿੰਨ ਆਦੇਸ਼ ਠੀਕ ਨਹੀਂ ਹਨ, ਕਿਉਂਕਿ ਇਹ ਸਹੀ ਚੀਜ਼ ਦੇ ਬਾਰੇ ਆਦੇਸ਼ ਨਹੀਂ ਹਨ ਅਤੇ ਨਾ ਹੀ ਭਵਿੱਖਬਾਣੀ ਦੇ। ਇਹ ਸਮੇਂ ਵਿੱਚ ਠੀਕ ਹਨ। ਭਾਗ ਸੱਸਾ ਅਰਥਹਸਤਾ ਦਾ ਨਹੇਮਜਾ ਨੂੰ ਆਦੇਸ਼। ਹੁਣ ਅਸੀਂ ਆਖਰੀ ਆਦੇਸ਼ ਨੂੰ ਵੇਖਦੇ ਹਾਂ। ਹੁਣ ਤੁਸੀਂ ਮੇਰੇ ਨਾਲ ਨਹੇਮਜਾ 2 ਵਿੱਚ ਚੱਲੋ, ਜਿੱਥੇ ਮੈਂ ਤੁਹਾਨੂੰ ਵਿਖਾਵਾਂਗਾ ਕਿ ਇਹ ਸਭ ਗੱਲਾਂ ਕਿਸ ਤਰ੍ਹਾਂ ਠੀਕ ਬੈਠਦੀਆਂ ਹਨ। ਤੁਸੀਂ ਮੇਰੇ ਨਾਲ ਆਪਣੀ ਬਾਈਬਲ ਵਿੱਚ ਅਧਿਆਇ 2 ਦੀ ਪਹਿਲੀ ਐਤ ਨੂੰ ਪੜ੍ਹੋ। ਇਸ ਨੂੰ ਬੜੇ ਗੌਰ ਨਾਲ ਵੇਖਣਾ। ਤਾਂ ਆਓ, ਇਉਂ ਕਿ ਅਰਥਹਸਤਾ ਪਾਤਸ਼ਾਹ ਦੇ 20ਵੇਂ ਬਰੇ ਨਿਸ਼ਾਨ ਦੇ ਮਹੀਨੇ। ਧੰਨਵਾਦ ਪ੍ਰਭੂ, ਤੂੰ ਸਾਨੂੰ ਇਸ ਤਰ੍ਹਾਂ ਦਾ ਗਿਆਨ ਦੇਣ ਜਾ ਰਿਹਾ ਹੈ ਜੋ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ। ਤਾਂ ਆਓ, ਇਉਂ ਹੋਇਆ ਕਿ ਅਰਥਹਸਤਾ ਦੇ 20ਵੇਂ ਬਰੇ ਨਿਸ਼ਾਨ ਦੇ ਮਹੀਨੇ ਵਿੱਚ ਮੈਂ ਉਹਦੇ ਸਾਹਮਣੇ ਸੀ, ਤਾਂ ਮੈਂ ਚੁੱਕ ਕੇ ਮੈਂ ਪਾਤਸ਼ਾਹ ਨੂੰ ਦਿੱਤੀ। ਮੈਂ ਉਸ ਦੇ ਹਜ਼ੂਰ ਪਹਿਲਾਂ ਕਦੇ ਉਦਾਸ ਨਹੀਂ ਸਾਂ ਹੋਇਆ। ਤਦ ਪਾਤਸ਼ਾਹ ਨੇ ਮੈਨੂੰ ਆਖਿਆ, ਤੇਰਾ ਮੂੰਹ ਕਿਉਂ ਉਦਾਸ ਹੈ? ਤੂੰ ਬਿਮਾਰ ਨਹੀਂ ਦਿਸਦਾ। ਇਹ ਤੇਰੇ ਦਿਲ ਦੀ ਉਦਾਸੀ ਬਿਨਾਂ ਹੋਰ ਕੁਝ ਨਹੀਂ। ਤਾਂ ਮੈਂ ਬਹੁਤ ਹੀ ਡਰ ਗਿਆ। ਮੈਂ ਪਾਤਸ਼ਾਹ ਨੂੰ ਆਖਿਆ, ਪਾਤਸ਼ਾਹ ਜੁਗ ਜੁਗ ਜਿਉਂਦਾ ਰਹਿ। ਮੇਰਾ ਮੂੰਹ ਕਿਉਂ ਉਦਾਸ ਨਾ ਹੋਵੇ, ਜਦ ਕਿ ਉਹ ਸ਼ਹਿਰ ਜਿੱਥੇ ਮੇਰੇ ਪਿਓ ਦਾਦਿਆਂ ਦੇ ਘਰਾਣੇ ਦੀ ਕਬਰਾਂ ਹਨ ਥੈਂ ਹੋਇਆ ਪਿਆ ਹੈ ਅਤੇ ਉਸ ਦਾ ਫਾਟਕ ਅੱਗ ਦੇ ਨਾਲ ਖਹਿ ਲਏ ਹਨ। ਪਾਤਸ਼ਾਹ ਨੇ ਮੈਨੂੰ ਆਖਿਆ, ਤੂੰ ਕੀ ਚਾਹੁੰਦਾ ਹੈ? ਤੇ ਮੈਂ ਅਕਾਦ ਦੇ ਪਰਮੇਸ਼ਰ ਅੱਗੇ ਬੇਨਤੀ ਕੀਤੀ ਅਤੇ ਮੈਂ ਪਾਤਸ਼ਾਹ ਨੂੰ ਆਖਿਆ, ਜੇ ਪਾਤਸ਼ਾਹ ਨੂੰ ਚੰਗਾ ਲੱਗੇ ਅਤੇ ਜੇ ਤੁਹਾਡਾ ਦਾਸ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤਾਂ ਤੁਸੀਂ ਮੈਨੂੰ ਯਹੂਦਾ ਨੂੰ, ਮੇਰੇ ਪਿਓ ਦਾਦਿਆਂ ਦੀ ਕਬਰਾਂ ਦੇ ਸ਼ਹਿਰ ਨੂੰ ਘੱਲ ਦਿਓ ਕਿ ਮੈਂ ਉਹਨਾਂ ਨੂੰ ਬਣਾਵਾਂ। ਕਿਸ ਨੂੰ? ਸ਼ਹਿਰ ਨੂੰ। ਇਹ ਹੀ ਉਹ ਹੈ ਜਿਸ ਨੂੰ ਮੈਂ ਪਿਆਰ ਕਰਦਾ ਹਾਂ। ਤਾਂ ਪਾਤਸ਼ਾਹ ਨੇ, ਜਿਹਦੇ ਕੋਲ ਮਲਕਾ ਵੀ ਬੈਠਦੀ ਸੀ, ਮੈਨੂੰ ਆਖਿਆ, ਤੇਰਾ ਜਾਣਾ ਕਿੰਨਾ ਚਿਰ ਲਈ ਹੈ ਅਤੇ ਤੂੰ ਕਿਦੋਂ ਮੁੜੇਗਾ? ਤਾਂ ਮੇਰਾ ਘੱਲਣਾ ਪਾਤਸ਼ਾਹ ਦੇ ਦਰਬਾਰ ਵਿੱਚ ਚੰਗਾ ਲੱਗਾ ਅਤੇ ਮੈਂ ਉਹਦੇ ਨਾਲ ਇੱਕ ਵੇਲਾ ਠਹਿਰ ਲਿਆ। ਮੈਂ ਪਾਤਸ਼ਾਹ ਨੂੰ ਆਖਿਆ, ਜੇ ਪਾਤਸ਼ਾਹ ਨੂੰ ਚੰਗਾ ਲੱਗੇ ਤਾਂ ਮੈਨੂੰ ਦਰਿਆ ਪਾਰ ਦੇ ਸੂਬੇ ਦੇ ਹਾਕਮਾਂ ਲਈ ਪਰਵਾਨਾ ਦਿੱਤੇ ਜਾਣ ਭਾਈ। ਉਹ ਮੈਨੂੰ ਉੱਥੇ ਤੱਕ ਲਗਾਉਣ ਕਿ ਮੈਂ ਯਹੂਦਾ ਵਿੱਚ ਪਹੁੰਚ ਜਾਵਾਂ ਅਤੇ ਇੱਕ ਪਰਵਾਨਾ ਆਸਫ ਲਈ, ਜਿਹੜਾ ਪਾਤਸ਼ਾਹੀ ਜੰਗਲ ਦਾ ਰਾਕਾ ਹੈ, ਮਿਲੇ ਕਿ ਉਹ ਮੈਨੂੰ ਸ਼ਾਹੀ ਮਹਿਲ ਤੇ ਭਵਨ ਦੇ ਫਾਟਕਾਂ ਲਈ ਅਤੇ ਸ਼ਹਿਰ ਦੀ ਕੰਧ ਲਈ ਅਤੇ ਉਸ ਘਰ ਲਈ ਜਿਹਦੇ ਵਿੱਚ ਮੈਂ ਜਾਵਾਂਗਾ ਛੀਤਰਾਂ ਲਈ ਲੱਕੜ ਦੇਵੇ। ਤਾਂ ਪਾਤਸ਼ਾਹ ਨੇ ਮੈਨੂੰ ਮੰਨ ਲਿਆ, ਕਿਉਂਕਿ ਮੇਰਾ ਪਰਮੇਸ਼ਰ ਦਾ ਨੇਕ ਹੱਥ ਮੇਰੇ ਉੱਤੇ ਸੀ। ਪਿਆਰੇ ਦਰਸ਼ਕੋ, ਸਾਡੇ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਅਸੀਂ ਦਾਨੀਏਲ ਦੀ ਪੁਸਤਕ ਦੇ 9 ਅਧਿਆਏ ਦੇ ਉੱਤੇ ਗੌਰ ਕਰ ਰਹੇ ਸੀ। ਅਸੀਂ ਜਾਣਿਆ ਕਿ ਦਾਨੀਏਲ ਨਬੀ ਨੇ ਜਿਨ੍ਹਾਂ ਘਟਨਾਵਾਂ ਦੀ ਭਵਿੱਖਬਾਣੀ ਕੀਤੀ, ਉਹ ਸਭ ਆਪਣੇ ਆਪਣੇ ਸਮੇਂ ਦੇ ਵਿੱਚ ਪੂਰੀਆਂ ਹੋ ਚੁੱਕੀਆਂ ਹਨ। ਅਸੀਂ ਦਾਨੀਏਲ ਨਬੀ ਦੀ ਭਵਿੱਖਬਾਣੀ ਦੇ ਭੇਦ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਅਸੀਂ ਜਾਣਿਆ ਕਿ ਉਹ ਪ੍ਰਾਰਥਨਾ ਕਰਨ ਵਾਲਾ ਵਿਅਕਤੀ ਸੀ। ਉਹ ਆਪਣੇ ਪਾਪਾ ਨੂੰ ਮੰਨਣ ਵਾਲਾ ਵਿਅਕਤੀ ਸੀ ਅਤੇ ਪਰਮੇਸ਼ਵਰ ਦੀ ਮਹਿਮਾ ਕਰਦਾ ਸੀ ਅਤੇ ਵਿਸ਼ਵਾਸ ਕਰਦਾ ਸੀ ਕਿ ਪਰਮੇਸ਼ਵਰ ਜੋ ਕਹਿੰਦਾ ਹੈ ਸੋ ਕਰਦਾ ਹੈ। ਇਸ ਕਰਕੇ ਉਸ ਦੀ ਪ੍ਰਾਰਥਨਾ ਨੂੰ ਸੁਣ ਕੇ ਉਸ ਨੂੰ ਇਹ ਪ੍ਰਭਾਵਸ਼ਾਲੀ ਭਵਿੱਖਬਾਣੀ ਦਿੱਤੀ ਗਈ ਜੋ ਅੱਜ ਸਾਡੇ ਸਾਹਮਣੇ ਹੈ। ਅਸੀਂ ਭਵਿੱਖਬਾਣੀ ਦੇ 70 ਸਾਤੇ ਭਾਵ 70 ਸਾਲਾਂ ਦੇ ਉੱਤੇ ਗੌਰ ਕੀਤਾ। ਅਸੀਂ ਜਾਣਿਆ ਕਿ ਇਜ਼ਰਾਈਲ ਦੇ ਬੰਦੁਆਈ ਦੇ ਵਿੱਚ ਜਾਣ ਤੋਂ ਪਹਿਲਾਂ 490 ਸਾਲ ਬੜੇ ਹੀ ਮਹੱਤਵਪੂਰਨ ਹਨ। ਇਨ੍ਹਾਂ ਸਾਲਾਂ ਵਿੱਚ ਯਹੂਦੀਆਂ ਨੇ ਪਰਮੇਸ਼ਵਰ ਦੇ ਸ਼ਬਦ ਦੀ ਉਲੰਘਣਾ ਕੀਤੀ, ਜਿਸ ਦੇ ਕਰਕੇ ਉਹ ਬੰਦੁਆਈ ਦੇ ਵਿੱਚ ਚਲੇ ਗਏ। ਅਸੀਂ ਭਵਿੱਖਬਾਣੀ ਦੇ ਵਿਸ਼ੇ ਤੋਂ ਜਾਣਿਆ ਕਿ ਪਰਮੇਸ਼ਵਰ ਦੇ ਕੋਲ ਯਹੂਦੀਆਂ ਦੇ ਲਈ ਅਜੇ ਵੀ ਇੱਕ ਯੋਜਨਾ ਹੈ ਜੋ ਅਜੇ ਖਤਮ ਨਹੀਂ ਹੋਈ। ਇਸੇ ਵਿੱਚ ਮਸੀਹ ਦੀ ਵੀ ਭਵਿੱਖਬਾਣੀ ਹੈ। ਅੱਜ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 9 ਅਧਿਆਏ ਦੀ 25 ਆਇਤ ਦੇ ਉੱਤੇ ਗੌਰ ਕੀਤਾ, ਜੋ ਕਿ ਪਹਿਲੇ 49 ਸਾਤਿਆਂ ਬਾਰੇ ਦੱਸਦੀ ਹੈ। ਅਸੀਂ ਜਾਣਿਆ ਕਿ ਇਹਨਾਂ 49 ਸਾਤਿਆਂ ਦੀ ਸ਼ੁਰੂਆਤ ਇਸ ਗੱਲ ਤੋਂ ਸ਼ੁਰੂ ਹੋਈ ਕਿ ਯਰੂਸ਼ਲਮ ਨੂੰ ਠੀਕ ਠਾਕ ਕਰਕੇ ਇਸ ਨੂੰ ਇਸ ਦੀ ਪੁਰਾਣੀ ਹਾਲਤ ਦੇ ਵਿੱਚ ਲਿਆਇਆ ਜਾਏ।
ਯਰੂਸ਼ਲਮ ਦੇ ਉਸਾਰਨ ਦੇ ਲਈ ਅਸੀਂ 4 ਆਦੇਸ਼ਾਂ ਨੂੰ ਦੇਖਿਆ। ਕੋਰਸ ਰਾਜੇ, ਦਾਰਾ ਰਾਜੇ, ਅਰਥਸ਼ਟਾ ਰਾਜੇ ਦੇ ਆਦੇਸ਼ ਨੂੰ ਜਾਣਿਆ। ਇਹਨਾਂ ਆਦੇਸ਼ਾਂ ਨੂੰ ਅਜ਼ਰਾ ਦੀ ਪੁਸਤਕ ਦੇ ਵਿੱਚੋਂ ਅਸੀਂ ਵੇਖਿਆ। ਇਹਨਾਂ ਰਾਜਿਆਂ ਨੇ ਪਰਮੇਸ਼ਵਰ ਦੇ ਯਰੂਸ਼ਲਮ ਨੂੰ ਉਸਾਰਨ ਦੇ ਲਈ ਆਦੇਸ਼ ਦਿੱਤੇ। ਇਹ ਪਰਮੇਸ਼ਵਰ ਦਾ ਭਵਨ ਬਣਾਉਣ ਦੇ ਲਈ ਆਦੇਸ਼ ਹਨ। ਅਸੀਂ ਇਹਨਾਂ ਆਦੇਸ਼ਾਂ ਦੇ ਸਮਿਆਂ ਨੂੰ ਜਾਣਿਆ। ਅਰਥਸ਼ਟਾ ਰਾਜੇ ਦੁਆਰਾ ਨਹਮਿਆ ਨੂੰ ਦਿੱਤੇ ਆਦੇਸ਼ ਬਾਰੇ ਵੀ ਅਸੀਂ ਜਾਣਿਆ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ। ਇਸ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਨੂੰ ਅਸੀਂ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰੱਖਾਂਗੇ। ਸੋ ਦੋਸਤੋ, ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਕਿ ਤੁਸੀਂ ਸਾਨੂੰ ਗਹਿਰੀਆਂ ਗੱਲਾਂ ਸਿਖਾ ਰਹੇ ਹੋ। ਅੱਜ ਪਿਤਾ ਪਰਮੇਸ਼ਰ ਅਸੀਂ ਦਾਨੀਏਲ ਨਬੀ ਦੀ ਪੁਸਤਕ ਤੋਂ ਪ੍ਰਭੂ ਜੀ ਉਹਨਾਂ 70 ਸਾਤਿਆਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਜੋ ਪ੍ਰਭੂ ਜੀ 70 ਸਾਲਾਂ ਦੇ ਬਿਆਨ ਨੂੰ ਦੱਸਦੇ ਹਨ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ, ਇਸ ਤੋਂ 49 ਸਾਤੇ ਪ੍ਰਭੂ ਜੀ ਤੁਸੀਂ ਸਾਡੇ ਉੱਤੇ ਪ੍ਰਗਟ ਕੀਤੇ। ਅਸੀਂ ਅੱਜ ਜਾਣਿਆ ਕਿ ਇਹਨਾਂ ਦੇ ਵਿੱਚ ਕਿਸ ਤਰ੍ਹਾਂ ਵੱਖ-ਵੱਖ ਰਾਜਿਆਂ ਨੇ ਪ੍ਰਭੂ ਤੁਹਾਡੇ ਯਰੂਸ਼ਲਮ ਨੂੰ ਅਤੇ ਉਹਦੇ ਭਵਨ ਨੂੰ ਉਸਾਰਨ ਦੇ ਲਈ ਆਦੇਸ਼ ਦਿੱਤੇ। ਪ੍ਰਭੂ ਪਿਆਰੇ ਪਿਤਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਕਿਸੇ ਵੀ ਕੌਮ ਦੇ ਰਾਜੇ ਨੂੰ ਆਪਣੀ ਮਹਿਮਾ ਵਾਸਤੇ ਤੇ ਆਪਣੇ ਕੰਮ ਲਈ ਖੜਾ ਕਰ ਸਕਦੇ ਹੋ, ਉਹਨਾਂ ਦੇ ਮਨ ਨੂੰ ਬਦਲ ਸਕਦੇ ਹੋ। ਧੰਨਵਾਦ ਕਰਦੇ ਪਿਤਾ ਪਰਮੇਸ਼ਰ ਇਸ ਅੱਛੇ ਵਚਨ ਵਾਸਤੇ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ। ਸੁਣੋ ਔਰ ਕਬੂਲ ਕਰੋ। ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।